प्यारे दर्शकों, तुहाडा पंजाब नामा शो दे विच स्वागत है। इस शो दे विच साडे नाल उगे डॉक्टर हरछिंदर कौर हैं, जिन्हां नाल डेंगू कारण जिहड़ी डेंगू की महामारी है अज चल रही है, बहुत सारे लोग बीमार पै रहे हैं, बहुत सारिया कीमती जानां जा रही। उन्हां तो जानने की कोशिश करते हैं कि इस बीमारी तो बचा किवें करिए। ये जिहड़ा मच्छर है जिहड़ा इस दिन वेले ही डंगदा है, तो ये तो जल्दी किवें बचा हो सके ताकि कीमती जानां बचाईआं जा सकण। डॉक्टर साहब, ये बारे साडे दर्शकों नूं दसो भी किवें इहदे तो बचाव हो सकता है। देखो, पहला थोड़ा जा अंदाजा होए कि डेंगू है कि किस तरीके ये वार करदा है ते किवें बीमारी पैदा करदा है, फिर ही इहदे तो असीं बचाव की गल कर सकते हैं। तो पहला हाँ तो जी, ये हाँ जी। समझिए कि एक किस्म दी वायरस तो होने वाला रोग है जो कि मच्छर राही अगाह फैलदी है। यानी वो वायरस मच्छर जदों कटदा है तां साडे शरीर अंदर चली जाती है। ते तुसी अंदाजा ला लो कि दुनिया की अद्धी पॉपुलेशन लगभग 50% इस दे खतरे दे अधीन है कि उन्होंने डेंगू हो सकता है। तो इन्नी जबरदस्त मार जिस तो असीं समझ सकते हैं कि मौतां तक हो रही होण तां सानू बचाओ बहुत जरूरी है। हुण गल तां टिका इसे ते ही रह जांदा है कि है तां आखिर मच्छर तो होण वाली। सो सब तो पहला तां मच्छरां नूं किवें खत्म कीता जाए, जो कि वड्डी रिस्पॉन्सिबिलिटी सरकार दी हुंदी है कि वेले सिर छिड़काव करे। इहो जिहियां बाहर थावां जिथे पानी खड़ा होवे इहो जिहियां ना होण जिथों ओ मच्छर अग्गों वध सकन। तो ਜਿਹੜਿਆਂ ਨੂੰ ਇਹ ਹੁੰਦੀ ਜੇ ਬਿਮਾਰੀ, ਉਹ ਆਮ ਤੌਰ ਤੇ ਜਿਸ ਕਾਰਨ ਜਾਨ ਨੂੰ ਖਤਰਾ ਹੁੰਦਾ ਉਹ ਦੋ ਹੀ ਚੀਜ਼ਾਂ ਹੁੰਦੀਆਂ ਨੇ। ਪਹਿਲੀ ਤਾਂ ਕਿ ਲਹੂ ਵਗਣਾ ਸ਼ੁਰੂ ਹੋ ਜਾਂਦਾ, ਸਾਡੀਆਂ ਨਸਾਂ ਦੀ ਕੁਝ ਅਜਿਹੀ ਨਾੜੀਆਂ, ਲਹੂ ਦੀਆਂ ਨਾੜੀਆਂ ਦੀ ਕੁਝ ਅਜਿਹਾ ਰੋਗ ਹੋ ਜਾਂਦਾ ਜਿਸ ਕਾਰਨ ਉਹਦੇ ਚੋਂ ਪਾਣੀ ਬਾਹਰ ਨਿਕਲਣਾ ਸ਼ੁਰੂ ਹੋ ਜਾਂਦਾ ਹੈ। ਤੇ ਦੂਸਰੀ ਗੱਲ, ਸਾਡਾ ਜਿਹੜੇ ਪਲੇਟਲੈਟਸ ਨੇ ਉਹ ਘਟਣ ਲੱਗ ਜਾਂਦੇ ਨੇ, ਜਿਸ ਕਾਰਨ ਲਹੂ ਵਗਣਾ ਸ਼ੁਰੂ ਹੋ ਸਕਦਾ ਹੈ। तो ਆਮ ਜੋ ਡੇਂਗੂ ਦੇ ਲੱਛਣ ਹੋਣਗੇ, ਜਿਹਨੂੰ ਆਮ ਬੁਖਾਰ ਤੋਂ ਇਲਾਵਾ ਦੋ ਕਿਸਮ ਦਾ ਹੋਰ ਡੇਂਗੂ, ਜਿਹਦੇ ਵਿੱਚ ਡੇਂਗੂ ਹੈਮਰੈਜਿਕ ਫੀਵਰ ਜਿਸ ਚ ਲਹੂ ਚੱਲਦਾ ਜੇ, ਜਾਂ ਫਿਰ ਡੇਂਗੂ ਸ਼ੌਕ ਸਿੰਡਰੋਮ, ਜਿਹੜੇ ਕਿ ਖਤਰਨਾਕ ਨੇ, ਜਿਹੜੇ ਮੌਤ ਦਾ ਕਾਰਨ ਬਣਦੇ ਨੇ। ਸੋ ਹੁੰਦਾ ਕੀ, ਅਸੀਂ ਆਮ ਤੌਰ ਤੇ ਇਹਨੂੰ ਪਿੱਠ ਤੋੜੂ ਬੁਖਾਰ ਵੀ ਜੋ ਆਮ ਕਹਿ ਦਿੰਦੇ ਨੇ, ਕਿਉਂਕਿ ਦਰਦ ਇੰਨੀ ਜ਼ਬਰਦਸਤ ਹੁੰਦੀ ਹੈ ਕਿ ਇੰਜ ਲੱਗਦਾ ਜਿਵੇਂ ਪੱਠਿਆਂ ਨੂੰ ਨਪੀੜ ਦਿੱਤਾ ਹੋਏ। ਅੱਖਾਂ ਦੇ ਪਿੱਛੇ ਬਹੁਤ ਤਿੱਖੀ ਪੀੜ, ਇਸੇ ਤਰ੍ਹਾਂ ਸਿਰ ਪੀੜ ਤੇ ਬਹੁਤ ਤੇਜ਼ ਬੁਖਾਰ, ਜਾਂ ਜਿਵੇਂ ਜੋੜ ਸਾਰੇ ਦੁਖਣ ਲੱਗ ਜਾਣੇ, ਫਿਰ ਦਾਣੇ ਇਸ ਤਰ੍ਹਾਂ ਨਿੱਕੇ ਨਿੱਕੇ ਸਰੀਰ ਤੇ ਨਿਕਲ ਜਾਣੇ, ਉਲਟੀ ਆਣੀ, ਦਿਲ ਕੱਚਾ ਹੋਣਾ ਸ਼ੁਰੂ ਹੋ ਜਾਣਾ, ਸਵਾਦ ਨਾ ਰਹਿਣਾ। ਇਹ ਸਾਰੇ ਲੱਛਣ ਨੇ ਸੀਰੀਅਸ ਬਿਮਾਰੀ ਦੇ। ਪਰ ਇਹਨਾਂ ਦੇ ਨਾਲ ਜਿਹੜੀ ਅਸਲ ਆਮ ਜੋ ਹੁੰਦੀ ਜੇ ਜਿਹੜਾ ਡੇਂਗੂ ਬੁਖਾਰ, ਉਹਦੇ ਵਿੱਚ ਬਹੁਤ ਘੱਟ ਮੌਤਾਂ ਹੁੰਦੀਆਂ ਨੇ। ਉਹਦੇ ਵਿੱਚ ਆਮ ਤੌਰ ਤੇ ਆਪਣੇ ਆਪ ਹੀ ਠੀਕ ਹੋ ਜਾਣ ਵਾਲੀ ਬਿਮਾਰੀ ਹੈ, ਜਿਸ ਵਿੱਚ ਅਸੀਂ ਕਹਿੰਦੇ ਹਾਂ ਕਿ ਸਿਰਫ ਬੁਖਾਰ ਹੀ ਲਾਣਾ ਹੈ ਤੁਸੀਂ, ਹੋਰ ਕੁਝ ਵੀ ਨਹੀਂ। ਸੋ ਉਹਦੇ ਵਿੱਚ ਤਾਂ ਜੇ ਅਸੀਂ ਕਹੀਏ ਮੌਤ ਹੁੰਦੀ ਵੀ ਹੈ ਤਾਂ ਸਿਰਫ 1% ਤੋਂ ਵੀ ਘੱਟ ਲੋਕਾਂ ਵਿੱਚ। ਪਰ ਜਿੱਥੋਂ ਤੱਕ ਡੇਂਗੂ ਹੈਮਰੈਜਿਕ ਫੀਵਰ ਜਾਂ ਡੇਂਗੂ ਸ਼ੌਕ ਸਿੰਡਰੋਮ ਹੋ ਜਾਵੇ, ਉਹਦੇ ਵਿੱਚ ਨਾ ਇਲਾਜ ਕੀਤਾ ਜਾਏ ਤਾਂ 20% ਤੱਕ ਲੋਕਾਂ ਦੀ ਮੌਤ ਹੋ ਸਕਦੀ ਹੈ। ਸੋ ਆਮ ਤੌਰ ਤੇ ਹੁੰਦਾ ਕੀ, ਜੇ ਹਲਕਾ ਬੁਖਾਰ ਹੋਇਆ ਜਿਹੜਾ ਕਿ ਲਗਭਗ ਕਹਿ ਲਓ 4 ਤੋਂ 10 ਦਿਨ ਤੱਕ ਸਿੰਪਲ ਉਹ ਬੁਖਾਰ ਸਰੀਰ ਟੁੱਟਦਾ ਇਸੇ ਤਰ੍ਹਾਂ ਹੀ ਹੁੰਦਾ ਰਹਿੰਦਾ, ਤੇ ਉਸ ਤੋਂ ਬਾਅਦ ਜਿਹੜੇ 2 ਤੋਂ 7 ਦਿਨ ਨੇ ਡੇਂਗੂ ਦੇ, ਜਿਹੜੇ ਅਸਲ ਉਹਦੇ ਲੱਛਣ ਦਿਸਦੇ ਨੇ, ਤਬਾਹੀ ਮਚਾਉਂਦਾ, ਉਹ ਫਿਰ ਸ਼ੁਰੂ ਹੋ ਜਾਂਦਾ ਪੀਰੀਅਡ। ਹੁਣ ਇਹਦੇ ਚ ਜਿਹੜਾ ਤੇਜ਼ ਜੀ ਡਾਕਟਰ ਸਾਹਿਬ, ਮੈਂ ਕੁਝ ਲੋਕਾਂ ਨੂੰ ਜਾਣਦਾ ਜਿਹੜੇ ਸਾਡੇ ਕਰੀਬੀ ਵੀ ਸੀ, ਉਹਨਾਂ 2-3 ਦੀਆਂ ਮੌਤਾਂ ਜਿਹੜੀਆਂ ਨਾ 2-3 ਦਿਨ ਉਹਨਾਂ ਨੂੰ ਡੇਂਗੂ ਰਿਹਾ, ਉਹ ਤੋਂ ਬਾਅਦ ਉਹਨਾਂ ਦੀਆਂ ਮੌਤਾਂ ਹੋ ਗਈਆਂ। ਮਤਲਬ ਇਹ ਬੜੀ ਜਲਦੀ ਜਿਹੜਾ ਪਲੇਟਲੈਟ ਕਾਊਂਟ ਘਟਦਾ ਤੇ ਉਸ ਤੋਂ ਬਾਅਦ ਬੰਦੇ ਇੰਨੇ ਵੀਕ ਹੋ ਜਾਂਦੇ ਕਿ ਅਲਟੀਮੇਟਲੀ ਮੌਤ ਹੋ ਜਾਂਦੀ ਹੈ। ਜੀ ਮੈਂ ਤੁਹਾਨੂੰ ਇਹ ਕਿਹਾ, ਉਹਦਾ ਇਨਕਿਊਬੇਸ਼ਨ ਪੀਰੀਅਡ ਹੁੰਦਾ, ਜਿੰਨੀ ਦੇਰ ਚ ਅੰਦਰ ਉਹ ਬਿਮਾਰੀ ਫੈਲਾਉਣ ਦਾ ਸਮਾਂ ਲੈਂਦਾ। ਉਹ ਵਾਇਰਸ ਜਦੋਂ ਅੰਦਰ ਫੈਲਦਾ ਉਹ ਸਮਾਂ 10 ਕੁ ਦਿਨ ਤੱਕ ਵੀ ਹੋ ਸਕਦਾ, 4 ਤੋਂ 10 ਦਿਨ ਦੇ ਵਿੱਚ। ਪਰ ਅੱਗੋਂ ਜੋ ਡੇਂਗੂ ਅਸਲ ਰਹਿੰਦਾ ਜੇ, ਜਿਹਨੇ ਸਾਰੇ ਲੱਛਣ ਕਰਨੇ ਨੇ, ਪੂਰਾ ਉਹਨੇ ਸੀਰੀਅਸ ਹੋ ਜਾਣਾ, ਉਹ ਸਮਾਂ ਸਿਰਫ 2 ਤੋਂ 7 ਦਿਨ ਦਾ ਹੀ ਹੁੰਦਾ ਜੇ। ਉਨੀ ਦੇਰ ਚ ਜਾਂ ਤਾਂ ਆਪਣੇ ਆਪ ਠੀਕ ਹੋ ਸਕਦਾ,
ਤੇ ਬਹੁਤ ਸਾਡੇ ਵਿੱਚ ਆਮ ਜੋ ਧਾਰਨਾ ਹੈ ਕਿ ਅਸੀਂ ਗਲੂਕੋਜ਼ ਚੜਾਉਣ ਲੱਗ ਜਾਂਦੇ ਆ, ਦਵਾਈਆਂ ਲੈਣ ਲੱਗ ਜਾਂਦੇ ਆ, ਉਹ ਸਗੋਂ ਮੌਤ ਦਾ ਕਾਰਨ ਬਣ ਰਹੇ ਨੇ। ਕਿਉਂਕਿ ਮੈਂ ਦੱਸਿਆ ਕਿ ਡੇਂਗੂ ਆਮ ਜੋ ਹੈ ਉਹਨੇ ਆਪਣੇ ਆਪ ਬੁਖਾਰ ਹੋਣਾ, ਠੀਕ ਹੋ ਜਾਣਾ, ਪਰ ਜਦੋਂ ਤੁਸੀਂ ਗਲੂਕੋਜ਼ ਚੜਾਉਣੇ ਸ਼ੁਰੂ ਹੋ ਜਾਂਦੇ ਹੋ, ਜਿਵੇਂ ਆਮ ਹੀ ਅਸੀਂ ਦੇਖਿਆ ਨਿੱਕੇ ਮੋਟੀਆਂ ਦੁਕਾਨਾਂ ਵਿੱਚ ਵੀ ਜਾ ਕੇ ਗਲੂਕੋਜ਼ ਚੜਾ ਜਾਂਦੇ ਨੇ, ਤੇ ਜਦੋਂ ਆਲਰੇਡੀ ਤੁਹਾਡੇ ਸਰੀਰ ਦੀਆਂ ਨਸਾਂ ਕਮਜ਼ੋਰ ਹੋਣ ਕਾਰਨ ਉਹਨਾਂ ਚੋਂ ਪਾਣੀ ਸਗੋਂ ਬਾਹਰ ਨਿਕਲ ਰਿਹਾ, ਨਤੀਜਾ ਇਹ ਹੁੰਦਾ ਕਿ ਜਿੰਨਾ ਗਲੂਕੋਜ਼ ਚੜਾਈ ਜਾਓ, ਕੁਝ ਉਹ ਫੇਫੜਿਆਂ 'ਚ ਪਾਣੀ ਜਮਾ ਹੋ ਜਾਂਦਾ, ਕੁਝ ਢਿੱਡ 'ਚ ਪਾਣੀ ਜਮਾ ਹੋ ਗਿਆ, ਸੋ ਇਹ ਦਿਮਾਗ 'ਚ ਚਲਾ ਗਿਆ। ਇਸੇ ਤਰ੍ਹਾਂ ਇਹ ਚੀਜ਼ਾਂ ਦੇ ਨਾਲੋਂ ਨਾਲ ਉਹ ਲੀਕੇਜ ਦੇ ਨਾਲ ਜਦੋਂ ਪਲੇਟਲੇਟ ਇੱਕਦਮ ਘਟਦੇ ਨੇ, ਜਾਂ ਕੁਝ ਲੋਕ ਬਿਨਾਂ ਲੋੜ ਦੇ ਪਲੇਟਲੇਟ ਚੜਾਈ ਜਾਂਦੇ ਨੇ, ਕਿਉਂਕਿ ਇਹਦੇ ਵਿੱਚ ਹੁੰਦਾ ਕੀ ਜੇ ਕਿ ਆਪਣਾ ਹੀ ਸਰੀਰ ਉਹ ਆਪਣੀ ਪਲੇਟਲੇਟਸ ਨੂੰ ਤੋੜ ਦਿੰਦਾ ਹੈ, ਤੇ ਉਹ ਪਲੇਟਲੇਟ ਦੇ ਅਗੇਂਸਟ ਜਿਹੜਾ ਐਕਸ਼ਨ ਸ਼ੁਰੂ ਹੋਇਆ ਹੁੰਦਾ, ਉਸੇ ਸਦਕਾ ਇਹ ਸਾਰੇ ਬਹੁਤੇ ਲੱਛਣ ਬਲੀਡਿੰਗ ਦੇ ਦਿਸਦੇ ਨੇ। ਹੁਣ ਜਿੰਨੇ ਵਾਧੂ ਪਲੇਟਲੇਟਸ ਚੜਾਈ ਜਾਣਗੇ, ਕਿਉਂਕਿ ਉਹਨਾਂ ਨੂੰ ਤਾਂ ਤੋੜਨਾ ਹੀ ਹੈ ਸਰੀਰ ਨੇ, ਸੋ ਉਹ ਲੋਡ ਵੱਧ ਜਾਂਦਾ ਸਰੀਰ ਤੇ ਉਹ ਸਗੋਂ ਅਸੀਂ ਜ਼ਿਆਦਾ ਮਰਦੇ ਹਾਂ ਇਲਾਜ ਵੱਧ ਹੋਣ ਨਾਲ। ਸੋ ਇੱਕ ਤਰੀਕੇ, ਜੇ ਅਸੀਂ ਘਬਰਾਹਟ ਨਾ ਬਹੁਤੀ ਕਰੀਏ, ਲੋੜੋਂ ਵੱਧ ਗਲੂਕੋਜ਼ ਨਾ ਚੜਾਉਂਦੇ ਰਹੀਏ, ਤੇ ਬਿਨਾਂ ਲੋੜ ਦੇ ਪਲੇਟਲੇਟਸ ਵੀ ਨਾ ਚੜਾਉਂਦੇ ਰਹੀਏ, ਕਿਉਂਕਿ ਜੋ ਬੁੱਕਸ ਰਿਕਮੈਂਡ ਕਰਦੀਆਂ ਨੇ ਇੰਟਰਨੈਸ਼ਨਲ ਲੈਵਲ ਤੇ ਵੀ ਕਿ 20,000 ਤੋਂ ਥੱਲੇ ਤੱਕ ਵੀ ਆ ਜਾਵੇ ਤਾਂ ਕੁਝ ਨਹੀਂ ਹੁੰਦਾ, ਆਮ ਤੌਰ ਤੇ ਤਾਂ ਕਈ ਵਾਰ 5,000 ਤੱਕ ਵੀ, ਜਦ ਤੱਕ ਕੋਈ ਬਲੀਡਿੰਗ ਸਪੌਟਸ ਨਾ ਦਿਸ ਜਾਣ ਤੁਹਾਨੂੰ ਕਿ ਬਲੀਡਿੰਗ ਹੋਣ ਲੱਗ ਗਈ ਹੈ ਜਾਂ ਤੁਹਾਡਾ ਬਲੱਡ ਪ੍ਰੈਸ਼ਰ ਡਿੱਗਣਾ ਸ਼ੁਰੂ ਹੋ ਗਿਆ, ਇਹੋ ਜਿਹੇ ਕੋਈ ਲੱਛਣ ਨਾ ਹੋਣ, ਤਾਂ ਬਿਨਾਂ ਲੋੜ ਦੇ ਪਲੇਟਲੇਟ ਨਾ ਚੜਾਓ। ਸਾਡੇ ਕੋਲ ਬਹੁਤ ਸਾਰੇ ਜਿੰਨੇ ਵੀ ਮਰੇ ਨੇ ਆ ਕੇ ਜਿਹੜੇ ਬੱਚੇ ਜਾਂ ਕੋਈ, ਉਹ ਇਹੋ ਨੇ ਜਿਹੜੇ ਬੇਲੋੜਾ ਗਲੂਕੋਜ਼ ਚੜਾ ਕੇ ਆ ਜਾਂਦੇ ਨੇ ਬਾਹਰੋਂ, ਤੇ ਉਹ ਸਗੋਂ ਸਾਰਾ ਸਰੀਰ ਹੀ ਅੰਦਰ ਪਾਣੀ ਇੰਨਾ ਇਕੱਠਾ ਹੋਇਆ ਹੁੰਦਾ, ਕਿਉਂਕਿ ਉਹ ਨਾੜੀਆਂ 'ਚ ਤਾਂ ਰਹਿੰਦਾ ਹੀ ਨਹੀਂ, ਉਹ ਸਾਰਾ ਨਿਕਲ ਕੇ ਸਾਰਾ ਭਰ ਜਾਂਦਾ, ਜਿਸ ਸਦਕਾ ਤੁਹਾਡੇ ਫੇਫੜਿਆਂ ਦਾ ਇੱਕ ਰੋਗ ਹੀ ਬਣ ਜਾਂਦਾ, ਸਾਹ ਹੀ ਨਹੀਂ ਲੈ ਸਕਦਾ ਬੰਦਾ, ਤੇ ਉਹ ਮੌਤ ਹੋ ਜਾਂਦੀ ਹੈ। ਤੇ ਇਹ ਚੀਜ਼ਾਂ ਦੋ ਦਾ ਬਹੁਤ ਧਿਆਨ ਰੱਖਣ ਦੀ ਲੋੜ ਹੈ ਕਿ ਦਵਾਈਆਂ ਬੇਲੋੜੀਆਂ ਵੀ ਖਰਾਬ ਕਰਦੀਆਂ ਨੇ, ਕਿਉਂਕਿ ਉਹਨਾਂ ਨੇ ਕੁਝ ਜਿਹੜੇ ਆਮ ਲੈ ਲੈਂਦੇ ਨੇ ਦਵਾਈਆਂ ਬੁਖਾਰ ਲਾਉਣ ਵਾਲੀਆਂ, ਉਹ ਵੀ ਬਲੀਡਿੰਗ ਦਾ ਕਾਰਨ ਬਣ ਜਾਂਦੀਆਂ ਨੇ। ਸੋ ਕੋਸ਼ਿਸ਼ ਕਰਨੀ ਚਾਹੀਦੀ ਹੈ ਕਿ ਸਿੰਪਲ ਆਮ ਪੈਰਾਸੀਟਾਮੋਲ ਦੀ ਗੋਲੀ ਹੋਵੇ, ਤੇ ਤੁਸੀਂ ਖੁਰਾਕ ਦਾ ਸਹੀ ਧਿਆਨ ਰੱਖੋ, ਤਣਾਅ ਨਾ ਕਰੋ, ਤਾਂ ਤੁਸੀਂ ਛੇਤੀ ਠੀਕ ਹੋ ਸਕਦੇ ਹੋ। ਵਰਨਾ ਜੇ ਕੁਝ ਦਵਾਈਆਂ ਵੀ ਤੇ ਬਿਮਾਰੀ ਸਦਕਾ ਵੀ ਅੰਤੜੀਆਂ ਚੋਂ ਲਹੂ ਚੱਲਣ ਲੱਗ ਜਾਂਦਾ, ਜੋ ਕਿ ਤੁਸੀਂ ਟੱਟੀ ਦੇ ਵਿੱਚ ਨਿਕਲੇਗਾ, ਜਿਸ ਕਾਰਨ ਉਹ ਦਿਸ ਸਕਦਾ, ਕਈ ਵਾਰ ਅੱਖਾਂ ਨੂੰ ਦਿਸਦਾ ਵੀ ਨਹੀਂ, ਓਕਲਟ ਬਲੱਡ ਅਸੀਂ ਹੁੰਦਾ, ਬਿਲਕੁਲ ਥੋੜਾ ਬਲੱਡ ਜੋ ਕਿ ਟੱਟੀ ਰਾਹੀਂ ਆਉਂਦਾ, ਜਿਸ ਸਦਕਾ ਪਤਾ ਲੱਗਦਾ ਕਿ ਇਹ ਤੁਹਾਡੇ ਅੰਦਰ ਲਹੂ ਚੱਲਣਾ ਸ਼ੁਰੂ ਹੋ ਗਿਆ। ਸੋ ਇਹ ਚੀਜ਼ਾਂ ਨੇ ਜਿਹੜਾ ਖਿਆਲ ਰੱਖਣ ਦੀ ਬਹੁਤ ਲੋੜ ਹੈ। ਕਈ ਵਾਰ ਪਿਸ਼ਾਬ ਰਾਹੀਂ ਵੀ ਲਹੂ ਆਉਣਾ ਸ਼ੁਰੂ ਹੋ ਜਾਂਦਾ, ਸੋ ਉਸ ਸਮੇਂ ਤੁਹਾਨੂੰ ਇਮੀਡੀਏਟਲੀ ਲੋੜ ਹੁੰਦੀ ਹੈ ਕਿ ਤੁਹਾਡਾ ਬਲੱਡ ਪ੍ਰੈਸ਼ਰ ਮੇਨਟੇਨ ਰੱਖਿਆ ਜਾਵੇ, ਤੁਹਾਡਾ ਲਹੂ ਪੂਰਾ ਹੋਵੇ। ਸੋ ਉਹ ਚੀਜ਼ਾਂ ਦੇ ਨਾਲੋਂ ਨਾਲ ਅਸੀਂ ਆਮ ਤੌਰ ਤੇ ਇੱਕ ਹੈਮੈਕਸਿਲ ਹੈ, ਯਾਨੀ ਤੁਹਾਡਾ ਵੋਲਿਊਮ ਐਕਸਪੈਂਡਰਸ ਦਿੰਨੇ ਆ, ਇਹ ਆਮ ਘਰਾਂ ਦੇ ਵਿੱਚ ਬਹਿ ਕੇ ਜਾਂ ਆਮ ਹੀ ਕਿਸੇ ਥਾਂ ਤੇ ਦਾਖਲ ਹੋ ਕੇ ਦੁਕਾਨਾਂ ਤੇ ਇਹ ਨਹੀਂ ਹੋਣਾ ਚਾਹੀਦਾ ਇਲਾਜ, ਉਹਦੇ ਨਾਲ ਸਗੋਂ ਮੌਤ ਜ਼ਿਆਦਾ ਖਤਰਾ ਵੱਧ ਜਾਂਦਾ ਜੀ। ਹੁਣ ਇਹਦੇ ਵਿੱਚ ਜੇ ਇੱਕ ਵਾਰ ਤੁਹਾਨੂੰ ਬੁਖਾਰ ਹੋਣ ਲੱਗਾ, ਸਾਡੀ ਨਾਰਮਲ ਕੁਦਰਤੀ ਸਾਡੇ ਆਪਣੇ ਭਾਰਤੀਆਂ ਦੀ ਆਦਤ ਹੈ ਕਿ ਕੈਮਿਸਟ ਤੋਂ ਇਲਾਜ ਕਰਾਉਣਾ ਹੁੰਦਾ, ਜਾਂ ਅਸੀਂ ਆਦੀ ਬਣ ਚੁੱਕੇ ਹਾਂ। ਸਾਨੂੰ ਤਾਂ ਮੈਂ ਕਹਿ ਰਹੀ ਹਾਂ ਕੋਈ ਡਾਕਟਰ ਨਹੀਂ ਹੋਣਾ ਜਿਹਦੇ ਸਾਹਮਣੇ ਨਹੀਂ ਇਹੋ ਜਿਹਾ ਸਵਾਲ ਉੱਠਿਆ ਕਿ ਉਹ ਪੇਸ਼ੈਂਟ ਆਂਦਾ ਹੀ ਘੱਟੋ ਘੱਟ 4-5 ਖੁਰਾਕਾਂ ਲੈ ਕੇ ਹੀ ਹੈ ਕਿ ਅਸੀਂ ਕੈਮਿਸਟ ਤੋਂ ਆਪਣੇ ਆਪ ਦਵਾਈ ਲੈ ਲਈ, ਐਂਟੀਬਾਇਓਟਿਕਸ ਲੈ ਲਏ। ਸੋ ਉਹ ਅਸਲ ਵਿੱਚ ਡੇਂਗੂ ਦੇ ਵਿੱਚ ਮੌਤ ਦਾ ਕਾਰਨ ਹੀ ਉਹ ਹੈ ਕਿ ਅਸੀਂ ਖੁੱਲੀਆਂ ਦਵਾਈਆਂ ਰੱਖੀਆਂ ਹੋਈਆਂ, ਪਰ ਉਹ ਮੁਲਕ ਜਿੱਥੇ ਨਸ਼ਾ ਖੁੱਲਾ ਹੋਵੇ, ਅਸੀਂ ਕੀ ਗੱਲਾਂ ਕਰਦੇ ਹਾਂ, ਦਵਾਈਆਂ ਤੇ ਕੀ ਕੰਟਰੋਲ ਰੱਖ ਸਕਣਾ। ਸਾਡੇ ਖਿਮਾ ਕਰਿਓ ਬਹੁਤ ਸਾਰੇ ਕੈਮਿਸਟ ਵੀਰ ਨੇ ਜਿਹੜੇ ਬੜੇ ਸਿਆਣੇ ਨੇ, ਬਿਨਾਂ ਦੇਖ ਕੇ ਵੀ ਇਸ ਤਰ੍ਹਾਂ ਦੀ ਹੈ ਤੇ ਨਹੀਂ ਦਿੰਦੇ ਬੇਲੋੜੀ ਦਵਾਈ। ਅਸੀਂ ਬਿਲਕੁਲ ਇਸ ਤਰ੍ਹਾਂ ਦੇ ਕੇਸਿਸ ਬਹੁਤ ਜਾਣਦੇ ਹਾਂ, ਪਰ ਆਮ ਤੌਰ ਤੇ ਪਿੰਡਾਂ ਵਿੱਚ ਅਜਿਹੇ ਇਸ ਵੇਲੇ ਮੌਜੂਦ ਨੇ ਜਿਹੜੇ ਆਪਣੇ ਆਪ ਨੂੰ ਡਾਕਟਰ ਕਹਾਉਂਦੇ ਨੇ, ਪਰ ਉਹਨਾਂ ਨੇ ਕੰਮ ਸਿਰਫ ਦੁਕਾਨਾਂ ਤੇ ਬੈਠ ਕੇ 4 ਮਹੀਨੇ ਨਹੀਂ ਸਿੱਖਿਆ ਹੁੰਦਾ ਕਿ ਕਿਹੜੀ ਗੋਲੀ ਬੁਖਾਰ ਦੀ ਹੈ ਤੇ ਕਿਹੜੀ ਕੀ। ਉਹਨਾਂ ਨੂੰ ਇਹ ਵੀ ਨਹੀਂ, ਕਈਆਂ ਨੂੰ ਤਾਂ ਪਤਾ ਹੁੰਦਾ, ਕੋਈ 5ਵੀਂ ਪਾਸ, ਕੋਈ 10ਵੀਂ ਪਾਸ, ਕਿ ਕੋਈ ਰਿਐਕਸ਼ਨ ਆਪਸ ਵਿੱਚ ਇੰਟਰੈਕਸ਼ਨ ਹੋ ਜਾਂਦੇ ਨੇ ਦਵਾਈਆਂ ਦੇ ਜਿਹੜੀਆਂ ਘਾਤਕ ਹੋ ਸਕਦੀਆਂ ਨੇ। ਸੋ ਉਹਨਾਂ ਦੇ ਅੱਗੇ ਬੇਨਤੀ ਹੈ ਕਿ ਉਹ ਜਦੋਂ ਦਿਸੇ ਇਹੋ ਜਿਹੇ ਵੀ ਲੱਛਣ ਤੁਹਾਡੇ ਕੋਲੋਂ, ਇੱਕ ਗੋਲੀ ਬੁਖਾਰ ਦੀ ਜੋ ਪੈਰਾਸੀਟਾਮੋਲ ਨਾਲ ਨਹੀਂ ਠੀਕ ਹੋ ਰਹੀ, ਬਿਹਤਰ ਹੈ ਕਿ ਆਪਾਂ ਉਸ ਬੁਖਾਰ ਨੂੰ ਅਗਾਂਹ ਟਾਈਮ ਸਿਰ ਰੈਫਰ ਕਰ ਦਿੱਤਾ ਜਾਏ, ਉਹਨੂੰ ਆਪਣੇ ਆਪ ਨਾ ਇਲਾਜ ਕੀਤਾ ਜਾਵੇ ਤੇ ਨਾ ਹੀ ਜੜੀਆਂ ਬੂਟੀਆਂ ਵੱਲ ਜਾਇਆ ਜਾਵੇ।
ਬਹੁਤ ਸਾਰੇ ਨੇ ਸਾਡੇ ਕੋਲ ਕੇਸਿਸ ਇਹੋ ਜਿਹੇ ਵੀ। ਮੈਂ ਕਿਸੇ ਵੀ ਪੈਥੀ ਦੇ ਵਿਰੁੱਧ ਨਹੀਂ, ਹਰ ਇੱਕ ਪੈਥੀ ਸਾਇੰਟੀਫਿਕ ਬੇਸਿਸ ਤੇ ਹੈ। ਬਿਲਕੁਲ ਹੋਮਿਓਪੈਥੀ ਵਿੱਚ ਜਿਨ੍ਹਾਂ ਨੇ ਜਾਣਾ ਉਹਦਾ ਵੀ ਇਲਾਜ ਹੈ, ਪਰ ਉਹਦੇ ਵਿੱਚ ਵੀ ਜਦੋਂ ਕਿਸੇ ਚੀਜ਼ ਦੀ ਸੀਰੀਅਸਨੈਸ ਦਿਸਦੀ ਹੈ ਤਾਂ ਡਾਕਟਰ ਨੂੰ ਭਾਂਪ ਲੈਣਾ ਚਾਹੀਦਾ ਕਿ ਹੁਣ ਇਹਨੂੰ ਵੇਲੇ ਸਿਰ ਜਦ ਤੱਕ ਕਿ ਇਲਾਜ ਹੋ ਸਕੇ ਦੂਜੀ ਪੈਥੀ ਵਿੱਚ ਉਦੋਂ ਤੱਕ ਭੇਜ ਦਿੱਤਾ ਜਾਏ ਐਮਰਜੈਂਸੀ ਮੈਡੀਸਿਨ ਲਈ, ਨਾ ਕਿ ਉਹਨੂੰ ਉਦੋਂ ਤੱਕ ਇਲਾਜ ਕਰੀ ਜਾਓ ਜਦੋਂ ਉਹ ਲਾ ਇਲਾਜ ਹੋ ਜਾਏ। ਬਿਲਕੁਲ ਇਸੇ ਤਰ੍ਹਾਂ ਐਮਰਜੈਂਸੀ ਮੈਡੀਸਿਨ ਕਿਉਂਕਿ ਹੋਮਿਓਪੈਥੀ ਵਿੱਚ ਨਹੀਂ, ਇਸੇ ਤਰ੍ਹਾਂ ਆਯੁਰਵੈਦਿਕ ਵਿੱਚ ਐਮਰਜੈਂਸੀ ਮੈਨੇਜਮੈਂਟ ਨਹੀਂ ਹੈ, ਸੋ ਉਹਨਾਂ ਨੂੰ ਵੀ ਟਾਈਮਲੀ ਰੈਫਰ ਕਰ ਦੇਣਾ ਚਾਹੀਦਾ। ਤੇ ਐਲੋਪੈਥਿਕ ਦੇ ਵਿੱਚ ਵੀ ਮੈਂ ਤੇ ਤੁਹਾਨੂੰ ਕਹਿ ਰਹੀ ਹਾਂ ਕਿ ਇਹਦਾ ਇਲਾਜ ਨਹੀਂ, ਪਰ ਜਿਹੜੇ ਸੀਰੀਅਸ ਕੇਸਿਸ ਹੋ ਜਾਂਦੇ ਨੇ ਉਹਨਾਂ ਦੀ ਮੈਨੇਜਮੈਂਟ ਔਖੀ ਹੋਈ ਤੁਰੀ ਜਾਂਦੀ ਹੈ। ਸੋ ਟਾਈਮਲੀ ਆਪਾਂ ਘੱਟ ਦਵਾਈਆਂ ਲਈਏ, ਪਰ ਖੁਰਾਕ ਦਾ ਬਹੁਤ ਬਿਹਤਰੀਨ ਰੋਲ ਹੈ। ਹਾਂਜੀ ਡਾਕਟਰ ਸਾਹਿਬ, ਜਿਹੜੇ ਡੇਂਗੂ ਤੋਂ ਠੀਕ ਹੋ ਜਾਂਦੇ ਮਰੀਜ਼ ਉਹਨਾਂ ਨੂੰ ਬਹੁਤ ਵੀਕਨੈਸ ਫੀਲ ਹੁੰਦੀ ਆ, ਉਹਨਾਂ ਨੂੰ ਲੱਗਦਾ ਵੀ ਸਾਡੀਆਂ ਬਾਹਾਂ ਇੰਨੀਆਂ ਵੀਕ ਹੋ ਗਈਆਂ, ਪਤਾ ਨਹੀਂ ਕੰਮ ਕਰਨਗੀਆਂ ਕਿ ਨਹੀਂ ਕਰਨਗੀਆਂ। ਮਤਲਬ ਮੈਂ ਕਈ ਦੋਸਤਾਂ ਨੂੰ ਜਾਣਦਾ ਜਿਨ੍ਹਾਂ ਨੂੰ ਬਹੁਤ ਜ਼ਿਆਦਾ ਵੀਕਨੈਸ ਹੋ ਗਈ ਹੈ, ਉਹ ਕੀ ਕਰਨ, ਕੀ ਮਤਲਬ ਲੈਣ, ਕਿਹੜੀ ਮੈਡੀਸਨ ਲੈਣ, ਜਾਂ ਕੀ ਪਪੀਤੇ ਦਾ ਖਾਣ ਜਾਂ ਪਪੀਤੇ ਦੇ ਪੱਤਿਆਂ ਦਾ ਪਾਣੀ ਪੀਣ ਜਾਂ ਕੋਈ ਹੋਰ ਮੈਡੀਸਨ ਕੀ ਲੈਣ ਤਾਂ ਕਿ ਉਹਨਾਂ 'ਚ ਜਿਹੜੀ ਇੰਨੀ ਵੀਕਨੈਸ ਆ ਗਈ ਹੈ ਉਹ ਕਿਵੇਂ ਠੀਕ ਹੋਵੇ? ਦੇਖੋ, ਜਦੋਂ ਇੱਕ ਚੀਜ਼ ਦਾ ਪਤਾ ਹੀ ਹੈ ਕਿ ਇਲਾਜ ਨਹੀਂ ਇਨੀਸ਼ੀਅਲ ਸਟੇजेस ਤੇ ਆਪਣੇ ਆਪ ਹੀ ਵਾਇਰਸ ਨੇ ਖਤਮ ਹੋ ਜਾਣਾ ਇੰਨੇ ਸਮੇਂ ਦੇ ਵਿੱਚ, ਤਾਂ ਪਹਿਲੇ 5-7 ਦਿਨਾਂ ਦੇ ਅੰਦਰ ਜਦੋਂ ਬਿਮਾਰੀ ਸ਼ੁਰੂ ਹੋ ਜਾਣੀ ਹੈ ਉਸ ਤੋਂ 5-7 ਦਿਨਾਂ ਦੇ ਅੰਦਰ ਅੰਦਰ ਇਹ ਕਾਬੂ ਚ ਆ ਜਾਂਦਾ ਜੇ। ਪਰ ਇੱਕ ਖਿਆਲ ਰੱਖਣ ਦੀ ਲੋੜ ਹੈ ਕਿ ਜੇ ਬਾਈ ਚਾਂਸ ਤੁਹਾਨੂੰ ਦਿਸ ਰਿਹਾ ਹੈ ਕਿ ਬਿਮਾਰੀ ਵੱਧ ਰਹੀ ਹੈ ਤੇ ਉਦੋਂ ਤਾਂ ਮੈਂ ਦੱਸ ਹੀ ਚੁੱਕੀ, ਪਰ ਜੇ ਬਿਮਾਰੀ ਤੁਹਾਡੀ ਨਹੀਂ ਵਧੀ ਹੋਈ, ਨਾਰਮਲ ਸਰੀਰ ਟੁੱਟ ਰਿਹਾ, ਹੋਰ ਕੁਝ ਵੀ ਨਹੀਂ ਖਾਸ, ਤਾਂ ਉਹਨਾਂ ਕੇਸਿਸ ਦੇ ਵਿੱਚ ਜ਼ਰੂਰੀ ਹੈ ਖੁਰਾਕ ਨਾਲ ਆਪਣੇ ਆਪ ਨੂੰ ਠੀਕ ਕਰੀਏ। ਦੇਖੋ, ਖੁਰਾਕ ਦਾ ਇਸ ਤਰ੍ਹਾਂ ਦਾ ਕੋਈ ਵੀ ਚੀਜ਼ ਨਹੀਂ ਹੈ ਜਿਹਨੂੰ ਜਾਦੂ ਟੂਣੇ ਰਾਹੀਂ ਅਸੀਂ ਠੀਕ ਕਰ ਸਕੀਏ, ਜਦਕਿ ਖੁਰਾਕ ਦੀ ਮਹੱਤਤਾ ਸਰੀਰ ਨੂੰ ਤੰਦਰੁਸਤ ਰੱਖਣ ਵਿੱਚ ਬਹੁਤ ਵੱਡਾ ਰੋਲ ਜੇ, ਉਹ ਵੀ ਪਰ ਸਮਾਂ ਲੱਗਦਾ ਜੇ। ਮਿਸਾਲ ਵਜੋਂ ਅਸੀਂ ਕੈਂਸਰ ਤੱਕ ਤੋਂ ਜੇ ਬਚਾਅ ਕਰਨਾ ਜੇ ਤਾਂ ਇੱਕ ਪਾਸੇ ਜੇ ਅਸੀਂ ਜਿਨ੍ਹਾਂ ਚੋਂ ਕਈ ਖੁਰਾਕਾਂ ਨੇ, ਜਿਨ੍ਹਾਂ ਚ ਰਾਗੀ ਦੇ ਆਟੇ ਤੋਂ ਲੈ ਕੇ ਹੋਰ ਬਥੇਰੀਆਂ ਚੀਜ਼ਾਂ ਨੇ ਜਿਹੜੀਆਂ ਰੋਕਦੀਆਂ, ਇਸੇ ਤਰ੍ਹਾਂ ਸ਼ੂਗਰ ਦੇ ਲਈ ਜਿਨ੍ਹਾਂ ਨੂੰ ਰੋਗ ਹੈ, ਅਸੀਂ ਜਿਵੇਂ ਕੁਦਰਤੀ ਤਰੀਕੇ, ਹੁਣ ਤਾਂ ਮੇਥੀ ਦੇ ਉੱਤੋਂ ਦਵਾਈਆਂ ਤੱਕ ਸਾਡੇ ਕੋਲ ਮੌਜੂਦ ਨੇ ਜਿਹੜੀਆਂ ਪ੍ਰੋਪਰ ਦਿੱਤੀਆਂ ਜਾ ਰਹੀਆਂ ਨੇ, ਮੇਥੀ ਤੋਂ ਹੀ ਬਣੀਆਂ। ਸੋ ਉਸੇ ਤਰ੍ਹਾਂ ਅਲੱਗ-ਅਲੱਗ ਰੋਗਾਂ ਦੇ ਵਿੱਚ ਖੁਰਾਕ ਬਿਹਤਰੀਨ ਰੋਲ ਅਦਾ ਕਰਦੀ ਹੈ, ਪਰ ਜਾਦੂ ਟੂਣੇ ਵਾਂਗ ਨਹੀਂ ਕਿ ਹੁਣ ਤੁਸੀਂ ਮੂੰਹ ਚ ਪਾਈ ਤੇ ਸ਼ਾਮ ਨੂੰ ਤੁਹਾਡੇ ਪਲੇਟਲੈਟ ਵੱਧ ਜਾਣੇ ਨੇ। ਪਰ ਦੂਜੀ ਗੱਲ ਤੁਸੀਂ ਸਮਝਣ ਦੀ ਕੋਸ਼ਿਸ਼ ਕਰੋ ਕਿ ਪਲੇਟਲੈਟ ਨੂੰ ਤੋੜਨ ਦਾ ਹੀ ਤਾਂ ਸਰੀਰ ਕੰਮ ਕਰ ਰਿਹਾ, ਕਿ ਜੇ ਬਾਹਰੋਂ ਚੜਾਏ ਜਾਣਗੇ ਤਾਂ ਵੀ, ਤੇ ਜੇ ਤੁਸੀਂ ਅੰਦਰ ਵੀ ਨੇ ਉਹਨਾਂ ਨੂੰ ਵੀ ਤੁਹਾਡਾ ਆਪਣਾ ਹੀ ਸਰੀਰ ਉਹਨਾਂ ਨੂੰ ਕਿਲ ਕਰਦਾ ਜਾ ਰਿਹਾ। ਸੋ ਇੱਕ ਆਟੋ ਇਮਿਊਨ ਯਾਨੀ ਸਿਸਟਮ ਇੱਕ ਜਾਰੀ ਜੋ ਚਾਲੂ ਹੋਇਆ ਹੁੰਦਾ, ਉਹਨੇ ਸਰੀਰ ਅੰਦਰ ਤਬਾਹੀ ਮਚਾਉਣੀ ਹੁੰਦੀ ਹੈ। ਸੋ ਇਹ ਤੁਸੀਂ ਪਪੀਤਾ ਖਾ ਲਓ ਜਾਂ ਕੀਵੀ ਫਲ ਖਾ ਲਓ ਜਾਂ ਟਮਾਟਰ ਖਾ ਲਓ, ਬਹੁਤ ਸਾਰੀਆਂ ਚੀਜ਼ਾਂ ਦੇ ਬਾਰੇ ਲਿਖਿਆ ਕਿ ਇਹ ਪਲੇਟਲੈਟ ਵਧਾ ਦਿੰਦੀਆਂ ਨੇ। ਤੁਸੀਂ ਸ਼ਾਇਦ ਬਰੀਕ ਲਿਖਿਆ ਨਹੀਂ ਪੜਿਆ ਕਿ 2 ਤੋਂ 7 ਦਿਨਾਂ ਬਾਅਦ। ਹੁਣ ਜੇ ਆਪ ਹੀ ਅਸੀਂ ਕਹਿ ਰਹੇ ਹਾਂ ਕਿ ਵਾਇਰਸ 2 ਤੋਂ 7 ਦਿਨ ਤੱਕ ਹੀ ਤਬਾਹੀ ਮਚਾਉਂਦੀ ਹੈ, ਤੇ ਜੇ 2 ਤੋਂ 7 ਦਿਨ ਬਾਅਦ ਹੀ ਉਹਨਾਂ ਨੇ ਕੰਮ ਕਰਨਾ ਹੈ, ਤਾਂ ਤੁਸੀਂ ਗੱਲ ਸਮਝ ਗਏ ਕਿ ਇਹ ਤਾਂ ਉਹੀ ਗੱਲ ਹੋਈ ਕਿ ਜ਼ੁਕਾਮ ਜੇ ਦਵਾਈ ਨਾਲ ਠੀਕ ਹੋਣਾ ਹੈ ਤਾਂ ਭਾਈ ਇਟ ਵਿਲ ਟੇਕ 7 days, ਤੇ ਜੇ ਦਵਾਈ ਤੋਂ ਬਗੈਰ ਠੀਕ ਹੋਣਾ ਤਾਂ 7 ਦਿਨ ਲੱਗਣਗੇ। ਐਗਜ਼ੈਕਟਲੀ ਉਹੀ ਚੀਜ਼ ਗੱਲ ਬਣ ਗਈ ਕਿ ਜੇ ਖੁਰਾਕ ਨੇ ਤੁਹਾਡੇ 2 ਤੋਂ 7 ਦਿਨਾਂ ਬਾਅਦ ਵਧਾਉਣੇ ਨੇ ਤਾਂ ਫਿਰ 2 ਤੋਂ 7 ਦਿਨ ਦੀ ਹੀ ਤਾਂ ਬਿਮਾਰੀ ਦੀ ਉਹ ਸੀਮਾ ਹੈ। ਪਰ ਜਿਹੜੀਆਂ ਇੰਪੋਰਟੈਂਟ ਚੀਜ਼ਾਂ ਜਿਨ੍ਹਾਂ ਦੇ ਬਾਰੇ ਸਪਸ਼ਟ ਹੋ ਚੁੱਕਾ ਖੁਰਾਕ ਰਾਹੀਂ ਕਿਵੇਂ ਅਸੀਂ ਠੀਕ ਕਰਨਾ, ਉਹਨਾਂ ਵਿੱਚ ਹੈ ਹਾਈ ਲੈਵਲ ਪ੍ਰੋਟੀਨਸ ਦੇਣੀਆਂ। ਠੀਕ, ਸਰੀਰ ਅੰਦਰ ਟੁੱਟ-ਫੁੱਟ ਇੰਨੀ ਹੋਈ ਹੈ, ਸਾਡਾ ਇਮਿਊਨ ਸਿਸਟਮ ਜੋ ਕਿ ਪ੍ਰੋਟੀਨ ਦੇ ਸਿਰ ਤੇ ਹੀ ਚੱਲਦਾ ਹੈ। ਸੋ ਹਾਈ ਕਲਾਸ ਪ੍ਰੋਟੀਨਸ ਦਾ ਮਤਲਬ ਹੈ ਅੰਡਾ ਬਹੁਤ ਬਿਹਤਰੀਨ ਹੈ, ਜੋ ਤੁਹਾਡੀ ਵੀਕਨੈਸ ਵੀ ਠੀਕ ਕਰੇਗਾ, ਤੁਹਾਡੀ ਟੁੱਟ-ਫੁੱਟ ਵੀ ਠੀਕ ਕਰੇਗਾ, ਤੇ ਫਿਰ ਤੁਹਾਡਾ ਇਮਿਊਨ ਸਿਸਟਮ ਤਗੜਾ ਕਰਨ ਵਿੱਚ ਵੀ ਮਦਦ ਕਰਦਾ ਹੈ। ਇਸੇ ਤਰ੍ਹਾਂ, ਪਰ ਮੈਂ ਫਿਰ ਕਹਿ ਦਿਆਂ ਇੱਕੋ ਰਾਤ ਵਿੱਚ ਨਹੀਂ, ਉਹਨੂੰ ਸਮਾਂ ਲੱਗੇਗਾ, ਦਿਓ ਹਫਤਾ, ਤਾਂ ਉਹ ਤੁਹਾਡੀ ਇੰਪਰੂਵਮੈਂਟ ਹੋ ਜਾਏਗੀ। ਡਾਕਟਰ ਸਾਹਿਬ, ਇੱਕ ਇਹਦੇ ਬੱਕਰੀ ਦੇ ਦੁੱਧ ਦਾ ਵੀ ਕਿਹਾ ਜਾਂਦਾ ਵੀ ਕਾਫੀ ਰੋਲ ਹੈ, ਕੀ ਹੈ ਤੁਹਾਡੇ ਇਹਦੇ ਚ ਸਾਇੰਟੀਫਿਕ ਕੀ ਆਧਾਰ ਹੈਗਾ, ਮਤਲਬ ਜਿਹਦੇ ਤੋਂ ਅਸੀਂ ਇਹ ਮੰਨ ਲਈਏ ਕਿ ਬੱਕਰੀ ਦਾ ਦੁੱਧ ਵੀ ਅਹਿਮ ਯੋਗਦਾਨ ਪਾਉਂਦਾ ਹੈ ਪਲੇਟਲੈਟ ਕਾਊਂਟ ਵਧਾਉਣ ਨੂੰ, ਕਮਜ਼ੋਰੀ ਘਟਾਉਣ ਨੂੰ? ਕੀ ਖਿਆਲ ਹੈ ਤੁਹਾਡਾ?
ਦੇਖੋ ਜੋ ਤਾਂ ਸਾਇੰਟਿਫਿਕ ਜੇ ਆਪਾਂ ਤਰੀਕੇ ਨਾਲ ਚੱਲਣਾ ਹੈ, ਹਾਂਜੀ ਫਿਰ ਹਾਂਜੀ ਤਾਂ ਮੈਂ ਤੁਹਾਨੂੰ ਵਾਰ-ਵਾਰ ਉਹੀ ਗੱਲ ਕਹਿ ਰਹੀ ਹਾਂ ਕਿ ਬੱਕਰੀ ਦੇ ਦੁੱਧ ਨਾਲ ਵੀ ਇਹੋ ਕਿਹਾ ਜਾਂਦਾ ਹੈ ਕਿ 7 ਦਿਨਾਂ ਬਾਅਦ ਪਲੇਟਲੈਟਸ ਵਧਾ ਦਿੰਦਾ ਹੈ ਤੇ 7 ਦਿਨਾਂ ਨੂੰ ਵਾਇਰਸ ਹੀ ਮੁੱਕ ਜਾਣੀ ਹੈ। ਸੋ ਮੈਂ ਕਿਸੇ ਬੱਕਰੀ ਦੇ ਦੁੱਧ ਵੇਚਣ ਵਾਲੇ ਦੇ ਕਾਰੋਬਾਰ ਤੇ ਲੱਤ ਨਹੀਂ ਮਾਰਨਾ ਚਾਹੁੰਦੀ, ਅੱਛਾ ਪਰ ਇਹੋ ਜੀ ਕੋਈ ਵੀ ਜਾਦੂਈ ਟ੍ਰੀਟਮੈਂਟ ਨਹੀਂ ਹੈ ਜਿਨ੍ਹਾਂ ਨੇ ਅਸਰ ਹੀ 7 ਦਿਨ ਬਾਅਦ ਜੋ ਕਲੇਮ ਕਰਦੇ ਨੇ। ਤੁਸੀਂ ਆਪ ਹੀ ਸਮਝੋ, ਮੈਂ ਇਸੇ ਲਈ ਗੱਲ ਹੀ ਸ਼ੁਰੂ ਇੱਥੋਂ ਕੀਤੀ ਸੀ ਹਾਂਜੀ ਕਿ ਜੇ ਪਹਿਲੇ 10 ਦਿਨ ਤੱਕ ਉਹ ਵਾਇਰਸ ਅੰਦਰ ਫੈਲੀ ਜਾਣ ਦਾ ਸਮਾਂ ਜੇ ਲਿਆ ਉਹਨੇ, ਪਰ ਅੱਗੋਂ 2 ਤੋਂ 7 ਦਿਨ ਚ ਉਹਨੇ ਇੰਨਾ ਸਾਰਾ ਕੁਝ ਤਬਾਹੀ ਮਚਾ ਕੇ ਆਪਣੇ ਆਪ ਹੀ ਸਾਡਾ ਹੀ ਸਰੀਰ ਠੀਕ ਕਰਨ ਲੱਗ ਜਾਂਦਾ ਆਪਣੇ ਆਪ ਨੂੰ। ਸੋ ਇਹ ਮਤਲਬ ਹੈ ਅਸੀਂ ਮੇਨਟੇਨ ਰੱਖਣਾ, ਉਹ ਸਿਰਫ ਇਹ ਕਿ ਆਪਣੀ ਕਮਜ਼ੋਰੀ ਨਾ ਹੋਏ ਦਾ ਮਤਲਬ ਹੈ ਹਾਈ ਕਲਾਸ ਪ੍ਰੋਟੀਨਸ। ਅੰਡਾ ਤਾਂ ਮੈਂ ਦੱਸ ਹੀ ਚੁੱਕੀ ਹਾਂ, ਪਰ ਹਾਂਜੀ। ਮੱਛੀ ਬਹੁਤ ਤਗੜਾ ਅਸਰ ਕਰਦੀ ਜੇ ਓਮੇਗਾ 3 ਤੇ 6 ਫੈਟੀ ਐਸਿਡਸ, ਜੋ ਕਿ ਸਾਨੂੰ ਤੰਦਰੁਸਤ ਰਹਿਣ ਵਿੱਚ, ਸਾਡਾ ਸਰੀਰ ਤੇ ਦਿਮਾਗ ਨੂੰ ਚੁਸਤ ਦਰੁਸਤ ਰੱਖਣ ਵਿੱਚ ਤੇ ਅਦਰਵਾਈਜ਼ ਵੀ ਬਹੁਤ ਤਗੜੇ ਐਂਟੀਆਕਸੀਡੈਂਟਸ ਨੇ, ਉਹ ਬੜੇ ਵਧੀਆ ਨੇ, ਸਾਨੂੰ ਲੈਣੇ ਚਾਹੀਦੇ ਨੇ। ਸੋ ਇਹ ਜਿਹੜੇ ਤਾਂ ਨਾਨ ਵੈਜੀਟੇਰੀਅਨਸ ਨੇ ਉਹ ਨਾਲ ਚਿਕਨ ਜਾਂ ਫਿਸ਼ ਵੀ ਚਿਕਨ ਜਾਂ ਮੀਟ ਵੀ ਲੈ ਸਕਦੇ ਨੇ, ਪਰ ਇੱਕ ਵੱਡੀ ਗੱਲ ਕਿ ਤਲਿਆ ਹੋਇਆ ਨਹੀਂ। ਇਸ ਬਿਮਾਰੀ ਵਿੱਚ ਜਦੋਂ ਨਾਲ ਸਾਡਾ ਹਾਜ਼ਮਾ ਕਮਜ਼ੋਰ ਹੋ ਜਾਂਦਾ, ਦਵਾਈਆਂ ਵੀ ਖਾਧੀਆਂ, ਸੋ ਪੇਟ ਚ ਫਾਰਾ, ਇਹ ਸਾਰਾ ਕੁਝ ਹੋ ਜਾਂਦਾ, ਤਾਂ ਕੋਸ਼ਿਸ਼ ਇਹੋ ਕੀਤਾ ਜਾਏ ਕਿ ਤੇਲ ਤੋਂ ਬਗੈਰ, ਯਾਨੀ ਉਬਲਿਆ ਅੰਡਾ ਹੋਵੇ, ਇਸੇ ਤਰ੍ਹਾਂ ਫਰਾਈ ਨਾ ਕੀਤੀ ਹੋਵੇ, ਰੋਸਟ ਫਿਸ਼ ਹੋਵੇ, ਇਸੇ ਤਰ੍ਹਾਂ ਜੇ ਮੁਰਗਾ ਜਾਂ ਮੀਟ ਲੈਣਾ ਉਹ ਵੀ ਤੇਲ ਜਾਂ ਘਿਓ ਤੋਂ ਰਹਿਤ ਬਣਾਇਆ ਜਾਵੇ। ਦੂਜੇ ਪਾਸੇ ਜਿਹੜੇ ਵੈਜੀਟੇਰੀਅਨਸ ਨੇ ਹਾਂਜੀ ਉਹਨਾਂ ਲਈ ਵੀ ਹਰੀਆਂ ਫਲੀਆਂ ਲੈ ਸਕਦੇ ਨੇ, ਪਾਲਕ ਬਿਹਤਰੀਨ ਹੈ। ਇਸੇ ਤਰ੍ਹਾਂ ਉਹਨਾਂ ਨੂੰ ਰਾਜਮਾ, ਕਾਲੇ ਛੋਲੇ, ਇਹ ਚੀਜ਼ਾਂ ਜਿਨ੍ਹਾਂ ਨੂੰ ਕਈ ਵਾਰ ਬਿਮਾਰੀ ਵਿੱਚ ਬਹੁਤੀ ਮਾਤਰਾ ਵਿੱਚ ਖਾਧੀਆਂ ਨਹੀਂ ਜਾਂਦੀਆਂ, ਸੋ ਨਿਰੀ ਤਰੀ ਤੇ ਨਾ ਰੱਖੀਏ, ਮਿਕਸੀ ਦੇ ਵਿੱਚ ਉਹਨਾਂ ਨੂੰ ਜਿਵੇਂ ਕਰਕੇ ਤੁਸੀਂ ਕਾਲੇ ਛੋਲੇ ਵਿੱਚ ਕੱਲੀ ਤਰੀ ਨਹੀਂ, ਛੋਲੇ ਵੀ ਹੋਣ, ਚਿੱਟੇ ਛੋਲੇ, ਰਾਜਮਾ, ਸੋਇਆਬੀਨਸ, ਇਹਨਾਂ ਦੇ ਨਾਲ ਹਰੀਆਂ ਪੱਤੇਦਾਰ ਸਬਜ਼ੀਆਂ ਜ਼ਰੂਰ ਲਈਆਂ ਜਾਣ ਤਾਂ ਇਹ ਕਾਫੀ ਤੁਹਾਡੇ ਸਰੀਰ ਨੂੰ ਚੁਸਤ ਦਰੁਸਤ ਰੱਖਦੀਆਂ ਨੇ। ਤਾਜ਼ੇ ਫਲ ਕੋਈ ਵੀ ਲੈ ਲਏ ਜਾਣ। ਇਸ ਵੇਲੇ ਇੱਕ ਜੋ ਆਯੁਰਵੈਦਿਕ ਖੋਜ ਜਿਸ ਤਰੀਕੇ ਉਹਨਾਂ ਨੇ ਕਹੀ ਸੀ ਕਿ ਪਪੀਤੇ ਦੇ ਜਿਵੇਂ ਜ਼ਿਕਰ ਕੀਤਾ ਪੱਤੇ ਜਾਂ ਕੀਵੀ ਜਿਨ੍ਹਾਂ ਨਾਲ ਇਹ ਪਲੇਟਲੈਟ ਵਧੇ, ਪਰ ਉਸ ਖੋਜ ਵਿੱਚ ਇੱਕ ਖਾਸ ਤੌਰ ਤੇ ਨੋਟ ਪਾਇਆ ਹੋਇਆ ਸੀ, ਇਟ ਟੇਕਸ 7 days। ਇਸੇ ਲਈ ਮੈਂ ਉਹਦਾ ਤੁਹਾਨੂੰ ਸ਼ੁਰੂ ਵਿੱਚ ਗੱਲ ਕੀਤੀ ਕਿ ਜੇ 7 ਹੀ ਦਿਨ ਲੱਗਣੇ ਨੇ ਤੇ 7 ਦਿਨ ਬਾਅਦ ਤੇ ਵੈਸੇ ਸਾਡੇ ਸਰੀਰ ਨੇ ਹੀ ਸਾਨੂੰ ਠੀਕ ਕਰ ਦੇਣਾ, ਤਾਂ ਕਿਉਂ ਨਾ ਰੋਜ਼ਾਨਾ ਪਪੀਤਾ ਹੀ ਖਾਇਆ ਜਾਵੇ। ਪਹਿਲੀ ਚੀਜ਼ ਤਾਂ ਇਹ ਹੈ ਕਿ ਉਸ ਸਮੇਂ ਬੱਚਿਆਂ ਨੂੰ ਜਿਨ੍ਹਾਂ ਨੂੰ ਜੇ ਕਿਸੇ ਨੂੰ ਗੋਲ ਸਟੋਨਸ ਨੇ ਜਾਂ ਏਦਾਂ, ਉਹਨਾਂ ਨੂੰ ਕੀਵੀ ਨਹੀਂ ਲੈਣੀ ਚਾਹੀਦੀ। ਸੋ ਬੇਲੋੜੀ ਤੁਸੀਂ ਇਹ ਫਲ ਵੀ ਬੇਲੋੜੇ ਖਾਣੇ ਜਾਂ ਹੋਰ ਚੀਜ਼ਾਂ ਬੇਲੋੜੀਆਂ ਖਾਣੀਆਂ ਵੀ ਨੁਕਸਾਨ ਕਰ ਦਿੰਦੀਆਂ ਨੇ। ਸੋ ਸੋਚ ਕੇ ਸਮਝ ਕੇ ਕਿਹੜੀਆਂ ਕਿਸਮ ਦੀਆਂ ਦਵਾਈਆਂ ਖਾਧੀਆਂ ਜਾ ਰਹੀਆਂ, ਕਿਸੇ ਨੂੰ ਬਲੱਡ ਪ੍ਰੈਸ਼ਰ ਹੈ, ਕਿਸੇ ਨੂੰ ਸ਼ੂਗਰ ਹੈ, ਉਸੇ ਹਿਸਾਬ ਨਾਲ ਹੀ ਇਹ ਫਲ ਜਾਂ ਕੁਝ ਲੈਣੇ ਚਾਹੀਦੇ ਨੇ। ਪਰ ਕਿਸੇ ਨੇ ਵੀ ਜਾਦੂਈ ਅਸਰ ਨਹੀਂ ਕਰਨਾ। ਜਾਦੂਈ ਅਸਰ ਕਰਨ ਦੀ ਇੱਕੋ ਚੀਜ਼ ਹੈ, ਤੁਹਾਡੀ ਆਪਣੀ ਚੜ੍ਹਦੀ ਕਲਾ, ਯਾਨੀ ਜਿਹੜੀ ਸਾਨੂੰ ਡੇਗਦੀ ਹੈ ਕਿਸੇ ਵੀ ਬਿਮਾਰੀ ਵਿੱਚ ਹੇਠਾਂ ਲਿਜਾਂਦੀ ਹੈ, ਉਹ ਉਹੀ ਹੁੰਦੀ ਜੇ ਜਦੋਂ ਅਸੀਂ ਆਪ ਜੀਣ ਦੀ ਇੱਛਾ ਛੱਡ ਦਿੰਦੇ ਹਾਂ। ਹਾਏ ਮੇਰਾ ਕੀ ਬਣੇਗਾ, ਓਹੋ ਮੈਂ ਤਾਂ ਹੁਣ ਚੱਲਿਆ, ਬਸ ਅਲਵਿਦਾ ਦੀ ਥਾਂ ਤੇ ਜੇ ਕਹੀਏ ਲਓ ਜੀ ਮੈਂ ਤਾਂ ਠੀਕ ਹੋ ਜਾਣਾ, ਪਰਵਾਹ ਨਾ ਕਰੋ, ਸੋ ਉਸ ਚੀਜ਼ ਨਾਲ ਸਾਡੇ ਅੰਦਰ ਹੀ ਹਾਰਮੋਨ ਅਜਿਹੇ ਨਿਕਲਦੇ ਨੇ ਜਿਹੜੇ ਬਿਮਾਰੀ ਨਾਲ ਲੜਨ ਦੀ ਤਾਕਤ ਬਖਸ਼ ਦਿੰਦੇ ਨੇ ਤੇ ਸਾਡੇ ਸਰੀਰ ਅੰਦਰਲੀ ਟੁੱਟ ਫੁੱਟ ਵੀ ਘਟਾ ਦਿੰਦੇ ਨੇ। ਇੱਕ ਬੜੀ ਕਮਾਲ ਦੀ ਚੀਜ਼ ਦੇਖੀ ਗਈ ਹੈ, ਸਪਿਰੂਲੀਨਾ, ਜਿਹਨੂੰ ਅਸੀਂ ਕਿਹਾ ਸੀ ਸ਼ਾਇਦ ਇਹ ਦਵਾਈ ਦੀ ਤੌਰ ਤੇ ਵਰਤੀ ਜਾਂਦੀ ਹੈ, ਜੋ ਐਂਟੀ ਕੈਂਸਰ ਤੋਂ ਲੈ ਕੇ ਬਥੇਰੀਆਂ ਦਵਾਈਆਂ 'ਚ ਇਹਦਾ ਬਥੇਰੀਆਂ ਬਿਮਾਰੀਆਂ 'ਚ ਇਹਦਾ ਅਸਰ ਦੇਖਿਆ ਗਿਆ, ਜੋ ਅਸਲ ਵਿੱਚ ਇੱਕ ਕੀਟਾਣੂ ਹੈ ਪਰ ਪੱਤੇ ਦੀ ਸ਼ਕਲ 'ਚ ਹੈ। ਸੋ ਉਸ ਨੂੰ ਪੀਸ ਕੇ ਬਣਾਈ ਜਾਂਦੀ ਹੈ, ਜੋ ਬਹੁਤ ਵਧੀਆ ਕਿਸਮ ਦੀ ਪ੍ਰੋਟੀਨ ਦੇ ਨਾਲ ਨਾਲ ਬਹੁਤ ਜ਼ਿਆਦਾ ਰਿਚ ਹੈ ਹਰ ਚੀਜ਼ ਨੂੰ ਰੋਕਣ ਲਈ, ਇਵਨ ਬਿਮਾਰੀਆਂ ਵਿੱਚ ਵੀ, ਜਿੱਥੋਂ ਤੱਕ ਕਿ ਕੈਂਸਰ ਤੱਕ ਲਈ ਸਾਡੇ ਸਰੀਰ ਦੇ ਇਮਿਊਨ ਸਿਸਟਮ ਨੂੰ ਤਗੜਾ ਕਰਨ ਲਈ ਉਹ ਵਧੀਆ ਰੋਲ ਅਦਾ ਕਰਦੀ ਰਹੀ ਹੈ। ਸੋ ਉਹਦੇ ਵਿੱਚ ਇੱਕ ਚੀਜ਼ ਦੱਸਦੇ ਆ ਕਿ ਡੇਂਗੂ ਦੇ ਵਿੱਚ ਸਾਡਾ ਇਮਿਊਨ ਸਿਸਟਮ ਤਗੜਾ ਹੋਣਾ ਹੀ ਸਾਨੂੰ ਮਾਰ ਦਿੰਦਾ ਹੈ ਕਈ ਵਾਰ, ਕਿਉਂਕਿ ਉਹ ਆਪਣਾ ਇਮਿਊਨ ਸਿਸਟਮ ਆਪਣੀ ਸੈੱਲ ਨੂੰ ਜ਼ਿਆਦਾ ਖਾ ਲੈਂਦਾ। ਮੈਂ ਇਸੇ ਲਈ ਤੁਹਾਨੂੰ ਕਿਹਾ ਕਿ ਕੋਈ ਵੀ ਚੀਜ਼ ਬੇਲੋੜੀ ਨਾ ਲਈ ਜਾਵੇ, ਸਹਿਜ ਬੁਖਾਰ ਸਮਝ ਕੇ ਨਾਰਮਲ ਤਰੀਕੇ ਹੀ ਦੇਖੋ। ਤੇ ਜੇ
ਤੁਸੀਂ ਦਵਾਈਆਂ ਤੋਂ ਬਚ ਕੇ ਆਪਣੇ ਆਪ ਜੇ ਤੁਹਾਡਾ ਸਰੀਰ ਰਿਕਵਰ ਕਰ ਰਿਹਾ ਹੈ ਤਾਂ ਲੋੜ ਨਹੀਂ, ਪਰ ਤੁਹਾਨੂੰ ਵੇਲੇ ਸਿਰ ਡਾਕਟਰ ਨੂੰ ਇੱਕ ਵਾਰ ਚੈੱਕਅਪ ਕਰਾ ਕੇ ਟੈਸਟ ਜ਼ਰੂਰ ਕਰਾ ਲੈਣੇ ਚਾਹੀਦੇ ਨੇ। ਕੁਝ ਟੈਸਟ ਨੇ ਜਿਹੜੇ ਦੱਸ ਦਿੰਦੇ ਨੇ ਕਿ ਇਹ ਬੰਦਾ ਜਾ ਰਿਹਾ ਹੈ, ਜ਼ਿਆਦਾ ਸੈੱਲ ਟੁੱਟ ਰਹੇ ਨੇ, ਇਹ ਹੇਠਾਂ ਵੱਲ ਨੂੰ ਜਾ ਰਿਹਾ ਜਾਂ ਬਿਮਾਰੀ ਵਧੇਗੀ। ਡਾਕਟਰ ਸਾਹਿਬ ਇੱਕ ਆਯੁਰਵੈਦਿਕ ਵਾਲੇ ਇਹ ਵੀ ਸੁਜੈਸਟ ਕਾੜਾ ਵੀ ਕਹਿੰਦੇ ਵੀ ਕਾੜਾ ਪੀਓ, ਉਹ ਵੀ ਇਮਿਊਨ ਸਿਸਟਮ ਨੂੰ ਬਿਹਤਰ ਕਰਨ ਦੇ ਵਿੱਚ ਮਦਦਗਾਰ ਹੁੰਦਾ, ਉਹਦੇ ਬਾਰੇ ਕੀ ਤੁਹਾਡਾ ਕਹਿਣਾ? ਮੈਂ ਪਹਿਲਾਂ ਵੀ ਇਹੀ ਦੱਸ ਚੁੱਕੀ ਹਾਂ ਕਿ ਜਿੰਨਾ ਕਿਸੇ ਦਾ ਪਹਿਲਾਂ ਇਮਿਊਨ ਸਿਸਟਮ ਜ਼ਿਆਦਾ ਤਗੜਾ ਹੋਏਗਾ ਉਨੇ ਜ਼ਿਆਦਾ ਸੈੱਲ ਟੁੱਟਣਗੇ, ਉਹ ਜ਼ਿਆਦਾ ਸਗੋਂ ਬਿਮਾਰੀ ਵਧਾ ਦੇਗਾ। ਇਮਿਊਨ ਸਿਸਟਮ ਜਦ ਕੰਮ ਕਰਕੇ ਹਟ ਗਿਆ, ਸਭ ਟੁੱਟ ਫੁੱਟ ਹੋ ਗਈ, ਉਸ ਤੋਂ ਬਾਅਦ ਤਗੜਾ ਕਰਨ ਦੀ ਲੋੜ ਹੈ। ਯਾਨੀ ਰਿਕਵਰ ਹੋ ਰਹੇ ਹੋ ਜਦੋਂ, ਛੇਤੀ ਇਮਿਊਨ ਸਿਸਟਮ ਵਾਪਸ ਹੋ ਜਾਵੇ ਨਾਰਮਲ, ਸਰੀਰ ਦੀ ਟੁੱਟ ਫੁੱਟ ਨਾਰਮਲ ਹੋ ਜਾਵੇ, ਉਦੋਂ ਤੁਸੀਂ ਇਹ ਸਬਜ਼ੀਆਂ, ਫਲ ਜਾਂ ਜੋ ਵੀ ਤੁਸੀਂ ਲੈਣਾ ਚਾਹੋ, ਇਹ ਸਾਰਾ ਕੁਝ ਬਾਅਦ ਵਿੱਚ ਜਦੋਂ ਬਿਮਾਰੀ ਤੋਂ ਤੁਸੀਂ ਠੀਕ ਹੋ ਰਹੇ ਹੋ ਉਦੋਂ ਹੀ ਲੈਣੇ ਚਾਹੀਦੇ। ਤੇ ਡਾਕਟਰ ਸਾਹਿਬ ਹੋਰ ਕੀ ਪ੍ਰੀਕਾਸ਼ਨ ਜਿਹੜੇ ਆ ਇਹ ਬੰਦੇ ਲੈ ਸਕਦੇ ਜਿਹੜੇ ਬਿਮਾਰ ਹੋਏ ਵੀ ਜਿਹੜੇ ਜਲਦੀ ਉਹ ਰਿਕਵਰ ਕਰ ਜਾਣ? ਕੋਈ ਖਾਸ ਪ੍ਰੀਕਾਸ਼ਨ? ਕਈ ਵਾਰੀ ਕੋਈ ਯੋਗਾ ਵਾਲੇ ਵੀ ਕਹਿ ਦਿੰਦੇ ਵੀ ਆਹ ਯੋਗਾ ਦੇ ਆਸਣ ਕਰਨੇ ਚਾਹੀਦੇ, ਇਹਦੇ 'ਚ ਯੋਗਾ ਕਰਨਾ ਚਾਹੀਦਾ ਜਾਂ ਨਹੀਂ ਕਰਨਾ ਚਾਹੀਦਾ? ਜਦੋਂ ਬੰਦਾ ਬਹੁਤ ਵੀਕ ਹੋਇਆ ਹੁੰਦਾ ਉਹਨੂੰ ਕੀ ਕਰਨਾ ਚਾਹੀਦਾ ਇਸ ਸਥਿਤੀ 'ਚ? ਇਹ ਵੀਕਨੈਸ ਜਿਹੜੀ ਹੈ ਤੁਹਾਡੀ ਰਿਕਵਰੀ ਹਮੇਸ਼ਾ ਹੀ ਡਾਈਟ ਰਾਹੀਂ ਹੋਣੀ ਚਾਹੀਦੀ ਹੈ। ਇਹੀ ਮੈਂ ਤੁਹਾਨੂੰ ਵਾਰ-ਵਾਰ ਤਾਂ ਹੀ ਜ਼ੋਰ ਪਾਇਆ ਸੀ ਕਿ ਵੱਧ ਪ੍ਰੋਟੀਨ ਹੋਣ, ਜਿਸ 'ਚ ਆਇਰਨ ਹੋਏ, ਹਰੀਆਂ ਸਬਜ਼ੀਆਂ ਲਓ, ਫਲ ਲਓ। ਉਦੋਂ ਸਮਾਂ ਜੇ ਜਦੋਂ ਤੁਹਾਡੀ ਰਿਕਵਰੀ ਵੱਲ ਤੁਸੀਂ ਤੁਰੇ ਹੋ ਕਿ ਹੁਣ ਸਰੀਰ 'ਚ ਟੁੱਟ ਫੁੱਟ ਸੈੱਲਾਂ ਦੀ, ਪਲੇਟਲੈਟ ਦੀ ਘਟ ਰਹੀ ਹੈ ਤੇ ਹੁਣ ਤੁਸੀਂ ਰਿਕਵਰੀ ਵੱਲ ਹੋ, ਉਦੋਂ ਇਹ ਸਾਰਾ ਕੁਝ ਤੁਸੀਂ ਲੈ ਸਕਦੇ ਹੋ। ਤੁਹਾਡੀ ਆਪਣੀ ਇੱਕ ਤਾਂ ਦਿਮਾਗ ਵਿੱਚ ਵੀ ਤੁਹਾਡੇ ਹੁੰਦਾ ਮੈਂ ਅਜਿਹੀਆਂ ਚੀਜ਼ਾਂ ਲੈ ਰਿਹਾ ਜਿਹਦੇ ਨਾਲ ਮੇਰੀ ਰਿਕਵਰੀ ਹੋ ਰਹੀ ਹੈ, ਸੋ ਪੋਜ਼ਿਟਿਵ ਐਟੀਟਿਊਡ ਹੈ ਤੁਹਾਨੂੰ ਖੜਾ ਕਰਦਾ। ਪਰ ਸਭ ਤੋਂ ਵੱਡੀ ਗੱਲ ਕਿ ਜੇ ਤੁਹਾਡੇ ਘਰਾਂ ਦੇ ਵਿੱਚ ਮੱਛਰ ਲੁਕਣ ਦੀ ਥਾਂ ਹੈ, ਭੁੱਲ ਨਾ ਜਾਇਓ ਉੱਥੋਂ ਹੀ ਬਿਮਾਰੀ ਸ਼ੁਰੂ ਹੋਈ ਹੈ, ਉਹ ਦੁਬਾਰਾ ਵੀ ਅਟੈਕ ਕਰੇਗੀ ਤੇ ਹੋਰਨਾਂ ਨੂੰ ਵੀ ਘਰ 'ਚ ਕਰੇਗੀ। ਸੋ ਸਭ ਤੋਂ ਜ਼ਰੂਰੀ ਹੈ ਕਿ ਤੁਸੀਂ ਦਰਵਾਜ਼ੇ ਆਪਣੇ ਜਾਲੀ ਵਾਲੇ ਬੰਦ ਰੱਖੋ। ਜੇ ਫਰੈਸ਼ ਏਅਰ ਵੀ ਆਣੀ ਹੈ ਤਾਂ ਤੁਸੀਂ ਆਪਣੇ ਲੱਕੜ ਵਾਲੇ ਖੋਲ ਸਕਦੇ ਹੋ, ਪਰ ਛਿੜਕਾਅ ਕਰਕੇ ਰੱਖੋ। ਕਰਟਨਸ ਦੇ ਪਿੱਛੇ ਨਾ ਗੰਦਗੀ ਇਕੱਠੀ ਹੋਣ ਦਿਓ, ਸਫਾਈ ਪ੍ਰੋਪਰ ਰੱਖੋ। ਤੇ ਜੇ ਕਿਤੇ ਘਰ 'ਚ ਪਾਣੀ ਬੇਲੋੜਾ ਖੜਾ ਹੈ ਉਹਨੂੰ ਰੋੜ ਦਿਓ, ਤੇ ਜੇ ਬਾਹਰ ਦਿਸਦਾ ਤੇ ਉਸ 'ਚ ਤੇਲ ਦੀਆਂ ਬੂੰਦਾਂ ਹੀ ਭਾਵੇਂ ਪਾ ਦਿਓ ਤਾਂ ਕਿ ਮੱਛਰ ਹੋਰ ਨਾ ਫੈਲ ਸਕੇ। ਤੇ ਮੇਰਾ ਖਿਆਲ ਹੈ ਕੰਨ ਮਰੋੜੀਏ ਸਰਕਾਰ ਦਾ ਵੀ, ਭਾਈ ਹੁਣ ਤੁਸੀਂ ਇੱਧਰ ਵੀ ਧਿਆਨ ਕਰੋ, ਤੁਹਾਡੀ ਲੋੜ ਇੱਥੇ ਹੈ ਜਿੱਥੇ ਤੁਸੀਂ ਸਪਰੇ ਕਰੋ ਤਾਂ ਕਿ ਚੁਫੇਰੇ ਜੋ ਗੰਦਗੀ ਜੇ ਉਹਨੂੰ ਸਫਾਈ ਕਰੋ ਤਾਂ ਕਿ ਮੱਛਰ ਨਾ ਫੈਲੇ। ਕਿਉਂਕਿ ਅਸਲ ਤਾਂ ਉੱਥੋਂ ਸ਼ੁਰੂ ਹੋਈ ਹੈ, ਜੇ ਗੰਦਗੀ ਦੇ ਵਿੱਚੋਂ, ਤੋਂ ਸ਼ਹਿਰਾਂ ਦੇ ਵਿਚਲੀ ਜਾਂ ਪਿੰਡਾਂ ਵਿਚਲੀ ਗੰਦਗੀ ਜਿੱਥੇ ਪਾਣੀ ਖੜਾ ਹੈ ਉਹਨਾਂ ਸਾਰੀਆਂ ਥਾਵਾਂ ਤੋਂ ਬਚਣ ਦੀ ਲੋੜ ਹੈ। ਆਪਣੇ ਹੱਥ ਤੇ ਪੈਰ ਨੰਗੇ ਨਾ ਰੱਖੀਏ, ਲੱਤਾਂ ਪੂਰੀਆਂ ਕੱਜੀਆਂ ਹੋਣ, ਜਰਾਬਾਂ ਪਾਈਆਂ ਹੋਣ, ਬੂਟ ਹੋਣ ਤਾਂ ਤੁਸੀਂ ਬਚਾਅ ਕਰ ਸਕਦੇ ਹੋ। ਠੀਕ ਡਾਕਟਰ ਸਾਹਿਬ, ਇਹ ਸ਼ੋਅ ਜੋੜਨ ਲਈ ਤੁਹਾਡਾ ਬਹੁਤ ਬਹੁਤ ਸ਼ੁਕਰੀਆ। ਹੁਣ ਸਾਡੇ ਸ਼ੋਅ ਦਾ ਸਮਾਂ ਸਮਾਪਤ ਹੁੰਦਾ, ਅਸੀਂ ਲੈਂਦੇ ਆਗਿਆ। ਤੁਹਾਡਾ ਬਹੁਤ ਬਹੁਤ ਧੰਨਵਾਦ।